ਆਪਾਂ ਪਿਛਲੀ ਵਾਰੀ ਸੁਣਨ ਦੇ 4 ਪਦੇ ਵਿਚਾਰ ਕੇ ਆਏ ਸੀ ਔਰ ਇਸ ਵਾਰੀ ਆਪਾਂ ਮੰਨਣ ਦੇ 4 ਪਦੇ ਵਿਚਾਰਨੇ ਆ। ਟੂ ਦਾ ਪੁਆਇੰਟ ਆਪਾਂ ਗੱਲ ਕਰਨੀ ਹੈ। ਅੱਜ ਦੀ ਜਿਹੜੀ ਵਿਚਾਰ ਹੈ ਉਹ ਪਦਾ ਨੰਬਰ 12 ਤੋਂ ਸ਼ੁਰੂ ਹੋਣੀ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਇਹ ਜਿਵੇਂ ਅਸੀਂ ਸੁਣਿਆ ਦੇ ਅਰਥ ਮੀਨਿੰਗਸ ਜਾਂ ਭਾਵ ਪਿਛਲੀ ਵਾਰੀ ਕੋਸ਼ਿਸ਼ ਕਰਕੇ ਨਾਮ ਦਾ ਓਟ ਆਸਰਾ ਲੈ ਕੇ ਖੋਲੇ ਸੀ। ਇਸ ਤਰ੍ਹਾਂ ਹੀ ਮੰਨਣਾ ਜਿਹੜਾ ਹੈ ਇਹ ਸੁਣਨ ਤੋਂ ਉੱਪਰ ਦੀ ਅਵਸਥਾ ਹੈ। ਮੰਨਣਾ ਸੁਣਨ ਤੋਂ ਉੱਪਰ ਦੀ ਅਵਸਥਾ ਹੈ। ਮੰਨਣ ਤੋਂ ਜਿਹੜਾ ਭਾਵ ਹੈ ਉਹ ਹੈ ਪ੍ਰਭੂ ਤੇ ਪੂਰਾ ਭਰੋਸਾ। ਇਸ ਚੀਜ਼ ਨੂੰ ਅਸੀਂ ਯਾਦ ਰੱਖਣਾ ਹੈ ਕਿਉਂਕਿ ਇਹ ਜਿਹੜੇ ਮੀਨਿੰਗਸ ਨੇ ਇਹ ਸਾਰੀ ਗੁਰਬਾਣੀ 'ਚ ਇਸੇ ਤਰ੍ਹਾਂ ਹੀ ਲਾਗੂ ਹੋਣਗੇ। ਇੱਕ ਵਾਰੀ ਇੱਕ ਚੀਜ਼ ਯਾਦ ਕਰ ਲਈ, ਦ੍ਰਿੜ ਕਰ ਲਈ, ਉਹਨੂੰ ਸਮਝ ਲਿਆ, ਬਾਕੀ ਸ਼ਬਦਾਂ ਦੇ ਜਦੋਂ ਪੜ੍ਹਨਾ ਉਸ ਚੀਜ਼ ਨੂੰ ਜੇ ਤੁਹਾਡੇ ਯਾਦ ਹੈ ਤੇ ਉਹਨੂੰ ਹਰ ਥਾਂ ਤੇ ਲਾਗੂ ਕਰਕੇ ਦੇਖੋ। ਜਦੋਂ ਆਪ ਜੀ ਪਾਠ ਕਰਦੇ ਹੋ, ਬਾਣੀ ਪੜ੍ਹਦੇ ਹੋ ਤੇ ਉਹ ਡੇ ਬਾਏ ਡੇ ਜਦੋਂ ਤੁਹਾਡਾ ਬਾਣੀ ਦਾ ਅਭਿਆਸ ਹੋਏਗਾ, ਪਹਿਲਾਂ ਫਿਰ ਨਾਮ ਦਾ ਅਭਿਆਸ ਕਰੋਗੇ ਤੇ ਉਹ ਚੀਜ਼ ਖੁੱਲਦੀ ਜਾਏਗੀ ਆਪਣੇ ਆਪ ਸਾਰਿਆਂ ਨੂੰ। ਜੇ ਨਾਮ ਦਾ ਪਹਿਰਾ ਹੈ, ਜੇ ਨਾਮ ਅਭਿਆਸ ਕਰਦੇ ਹੋ, ਇਹ ਮੈਂ ਹੁਣੇ ਦੱਸਾਂਗਾ ਇਹਦਾ ਰੀਜ਼ਨ ਕੀ ਹੈ, ਇਹਦੇ ਵਿੱਚ ਹੀ ਆਏਗਾ। ਸੋ ਆਓ ਆਪਾਂ ਅੱਜ ਸ਼ੁਰੂਆਤ ਕਰੀਏ। ਮੰਨੇ ਕੀ ਗਤ ਕਹੀ ਨਾ ਜਾਏ। ਮੰਨਣ ਦਾ ਅਰਥ ਯਾਦ ਕਰ ਲਓ, ਪ੍ਰਭੂ ਤੇ ਪੂਰਨ ਭਰੋਸਾ। ਬਈ ਸਾਡਾ ਹਰ ਕੰਮ ਉਸ ਅਕਾਲ ਪੁਰਖ ਨੇ ਕਰਨਾ ਹੈ। ਅਸਲ 'ਚ ਇਹ ਹੈ ਹੀ ਭਾਣੇ ਦੇ ਵਿੱਚ ਰਹਿਣ ਦੀ ਅਵਸਥਾ ਹੈ। ਭਾਣੇ ਦੇ ਵਿੱਚ ਰਹਿਣ ਦੀ ਅਵਸਥਾ ਹੀ ਮੰਨਣਾ ਹੈ। 100% ਡਿਪੈਂਡੈਂਟ ਹੋਣਾ ਅਕਾਲ ਪੁਰਖ ਤੇ। ਜੇ ਮੈਨੂੰ ਕੋਈ ਘਾਟਾ ਪੈ ਗਿਆ ਤਾਂ ਉਹ ਮੇਰੇ ਆਪਣੇ ਕਰਮਾਂ ਦੇ ਅਨੁਸਾਰ ਹੈ। ਜੇ ਵਾਧਾ ਹੋ ਰਿਹਾ ਉਹ ਵੀ ਮੇਰੇ ਕਰਮ ਹੀ ਨੇ, ਪਰ ਨਾਲ ਉੱਥੇ ਪ੍ਰਭੂ ਦੀ ਕਿਰਪਾ ਹੈ, ਪ੍ਰਭੂ ਦਾ ਭਰੋਸਾ ਹੈ, ਭਾਣਾ ਹੈ। ਸੁਣਨਾ ਜਿਹੜਾ ਹੈ ਉਹ ਹੈ ਸ਼ਬਦ ਦਾ ਸੁਣਨਾ। ਮੰਨਣਾ ਹੈ ਉਸ ਤੇ ਭਰੋਸਾ ਕਰਨਾ। ਸੁਣਨਾ ਆਰੰਭ ਹੋ ਗਿਆ, ਹੁਣ ਮੰਨਣ ਦੀ ਅਵਸਥਾ ਤੱਕ ਜਾਣਾ, ਪੂਰਨ ਭਰੋਸਾ ਕਰਕੇ, ਪੂਰਨ ਤੌਰ ਤੇ ਭਾਣੇ ਦੇ ਵਿੱਚ ਰਹਿ ਕੇ। ਆਓ ਅੱਜ ਦੀ ਸ਼ੁਰੂਆਤ ਕਰੀਏ। ਮੰਨੇ ਕੀ ਗਤ ਕਹੀ ਨਾ ਜਾਏ। ਮੰਨਣ ਵਾਲੇ ਦੀ ਅਵਸਥਾ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਔਰ ਨਾ ਹੀ ਕੋਈ ਪੈਮਾਨਾ ਹੈ ਉਸ ਅਵਸਥਾ ਨੂੰ ਗਿਣਨ ਮਿਣਨ ਦਾ। ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਉਸ ਅਵਸਥਾ ਦਾ ਜ਼ਿਕਰ ਕਰ ਵੀ ਬੈਠੇ ਤਾਂ ਉਸ ਦੇ ਪੱਲੇ ਕੇਵਲ ਪਛਤਾਵਾ ਹੀ ਪਏਗਾ।
ਉਹ ਇਸ ਤਰ੍ਹਾਂ ਡਿੱਗੇਗਾ ਜਿਵੇਂ ਸੇਬ ਡਿੱਗਦਾ ਦਰਖਤ ਤੋਂ, ਇਦਾਂ ਡਿੱਗੇਗਾ ਉਹ ਥੱਲੇ। ਜੇ ਕੋ ਕਹੇ ਪਿੱਛੇ ਪਛਤਾਏ। ये क्यों है ऐसा भी जे कोई उस अवस्था का जिक्र करेगा या बयान करेगा, वो क्यों डिगेगा, क्यों उहदे पल्ले पछतावा पएगा। एक शब्द आपां बहुत आम सुनते हैं, तेरे भरोसे प्यारे मैं लाड लडाया। भरोसा। अच्छा, एक होर फार्मूला आप जी नूं दसदे हैं, जिथे भी दो लावां आ जाण, जिथे भी दो लावां आ जाण, ਉਹ ਸਿੱਧਾ ਜਿਹੜਾ ਲਫ਼ਜ਼ ਹੈ ਉਹ ਅਕਾਲ ਪੁਰਖ ਨਾਲ ਰਿਲੇਟਡ ਹੈ, ਅਕਾਲ ਪੁਰਖ ਦੇ ਹੁਕਮ ਨਾਲ ਕਨੈਕਟਡ ਹੈ। ਸੁਣਿਆ, ਨਾਮ ਦਾ ਸੁਣਨਾ, ਪ੍ਰਭੂ ਦੇ ਨਾਮ ਦਾ ਸੁਣਨਾ, ਮੰਨਿਆ, ਦੋ ਲਾਵਾਂ, ਨਾਮ ਨੂੰ ਮੰਨਣਾ, ਨਾਮ ਦੇ ਵਿੱਚ ਪੂਰਨ ਭਰੋਸਾ ਅਕਾਲ ਪੁਰਖ ਨਾਲ ਰਿਲੇਟਡ ਹੈ। ਹੋਰ ਕਈ ਸ਼ਬਦ ਆਉਂਦੇ ਨੇ, ਹਮਾਰ ਹੈ, ਇੱਕ ਹੈ, ਹਰੀ ਹਰੀ, ਹਮਾਰ ਹੈ, ਦੋ ਲਾਵਾਂ ਆ ਗਈਆਂ। ਸਾਡੇ ਅੰਦਰ ਕੀ ਹੈ, ਮੇਰੇ ਅੰਦਰ ਕੀ ਹੈ, ਇੱਕ ਅਕਾਲ ਪੁਰਖ। ਉੱਥੇ ਵੀ ਉਹ ਚੀਜ਼ ਰੱਬ ਨਾਲ ਰਿਲੇਟਡ ਹੈ, ਪਰਮਾਤਮਾ ਦੇ ਨਾਲ ਰਿਲੇਟਡ ਹੈ, ਜਾਂ ਪਰਮਾਤਮਾ ਦੇ ਹੁਕਮ ਨਾਲ ਰਿਲੇਟਡ ਹੈ। ਹੁਣ ਸ਼ਬਦ ਹੈ ਤੇਰਾ ਭਰੋਸਾ, ਦੋ ਦੋ ਲਾਵਾਂ ਨੇ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਕਿਉਂਕਿ ਇਹ ਜਿਹੜਾ ਮੈਂ ਤੇਰਾ ਭਾਣਾ ਮੰਨਣ ਦੀ ਅਵਸਥਾ ਤੱਕ ਪਹੁੰਚਣ ਦਾ ਮੈਂ ਇਹ ਹੀਲਾ ਕੀਤਾ ਹੈ ਗੁਰਪ੍ਰਸਾਦ ਦੇ ਨਾਲ, ਤੇਰੀ ਕਿਰਪਾ ਦੇ ਨਾਲ। ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਭਰੋਸੇ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵੇਸਾ। ਕਿ ਇੱਕ ਭਰੋਸੇ ਤੋਂ ਇਲਾਵਾ ਮੈਂ ਹੋਰ ਕਿਸੇ ਵੀ ਡਿਸਿਪਲਿਨ ਨੂੰ ਨਹੀਂ ਮੰਨਦਾ। ਵੇਸਾ ਹੁੰਦਾ ਡਿਸਿਪਲਿਨ। ਤੇਰੇ ਭਰੋਸੇ ਪਿਆਰੇ ਆਨ ਨਾ ਜਾਨਾ ਵੇਸਾ। ਸਿਰਫ ਇੱਕ ਤੇਰਾ ਹੀ ਭਰੋਸਾ ਹੈ, ਮੈਨੂੰ ਹੋਰ ਕੋਈ ਡਿਸਿਪਲਿਨ ਫॉलो नहीं करना, और कोई कोड ऑफ कंडक्ट मैं फॉलो नहीं करना। तेरा भरोसे प्यारे आन ना जाना वेसा। शब्द आप कढ़ ही लईए क्योंकि कोई शक शुबा नहीं रहना चाहिए, फिर आप वापस इत्थे आने। तेरे भरोसे प्यारे आन ना जाना वेसा। ये शब्द नहीं आ रहा, एक सेकंड होल्ड करो, ये देखते हैं, शब्द कढ़ते हैं। मन्ने की गत कही ना जाए, ये शब्द हुणे लभदे। क्यों
एक होर शब्द आउंदा है, रंग हस्से रंग रोवे चुप पी कर जाए, परवाह नाही किसे केरी बाज सच्चे ना। हुण ये रंग हस्से की है? प्रभु दे नाम दा रंग चढ़दा है ते मानसिक आत्मिक खुशी हुंदी है। रंग हस्से रंग रोवे, रोवे ये रोना नहीं है, रोवे है बैराग, बैराग दी पीड़ा। ते उस तो बाद जदों ओ रंग हस्सै रंग रोवे चुप भी कर जाहे, ਉਹ ਫਿਰ ਕੁਛ ਬੋਲਣ ਜੋਗਾ ਨਹੀਂ ਰਹਿੰਦਾ। ਉਹਦੀ ਅਵਸਥਾ ਐਸੀ ਬਣ ਜਾਂਦੀ ਹੈ, ਉਹ ਕੁਛ ਬੋਲਣ ਜੋਗਾ ਨਹੀਂ ਰਹਿੰਦਾ। ਜੇ ਕੋ ਕਹੇ ਪਿੱਛੇ ਪਛਤਾਏ ਮੰਨੇ ਕੀ ਗਤ ਕਹੀ ਨਾ ਜਾਏ। ਹਾਂਜੀ, ਉਹ ਸ਼ਬਦ ਹੈ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਉਹ ਸ਼ਬਦ, ਧੰਨਵਾਦ ਸਿਮਰਪਾਲ ਜੀ, ਉਹਨਾਂ ਨੇ ਸ਼ਬਦ ਕੱਢ ਕੇ ਭੇਜਿਆ। ਆਹ ਉਹ ਸ਼ਬਦ ਹੈ ਜੀ, ਇਹਦੀ ਰਹਾਉ ਦੀ ਤੁਕ ਤੋਂ ਫॉर ਸਮ ਰੀਜ਼ਨ ਇਸ ਸੌਫਟਵੇਅਰ ਤੇ ਇਹ ਸ਼ਬਦ ਨਹੀਂ ਸੀ ਲੱਭ ਰਿਹਾ। ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਹੁਣ ਵੇਸ ਜਿਹੜਾ ਹੈ ਉਹ ਭੇਖ ਨਹੀਂ ਹੈ, ਇਹ ਰਹਾਉ ਦੀ ਤੁਕ ਹੈ। ਜਦੋਂ ਆਪਾਂ ਜਿਹੜਾ ਜਿਸ ਫਾਰਮੂਲੇ ਦੇ ਨਾਲ ਆਪਾਂ ਸ਼ਬਦ ਸਾਰੇ ਖੋਲਦੇ ਆ ਰਹੇ ਹਾਂ, ਰਹਾਉ, ਡਿਸਪਲਿਨ, ਇਹ ਵੇਸ ਕੋਈ ਡਰੈਸ ਨਹੀਂ ਹੈ, ਇੱਥੇ ਵੇਸ ਹੈ ਡਿਸਪਲਿਨ। ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਮੈਂ ਬਿਲਕੁਲ ਇਨ ਸ਼ਾਰਟ ਦੇ ਵਿੱਚ ਸ਼ਬਦ ਚੱਲੂ, ਕਿਉਂਕਿ ਆਪਾਂ 4 ਪਦੇ ਕਰਨੇ ਆ, ਸੋ ਇਸ ਕਰਕੇ ਆਪਾਂ ਟਾਈਮ ਦਾ ਵੀ ਖਿਆਲ ਰੱਖਣਾ। ਵੇਸਾ ਹੈ ਡਿਸਪਲਿਨ। ਕਿਉਂ ਡਿਸਪਲਿਨ ਕਿਉਂ ਹੈ? ਕਿਉਂਕਿ ਇੱਥੇ ਕਿਤੇ ਵੀ ਡਰੈਸ ਦਾ ਜ਼ਿਕਰ ਨਹੀਂ ਆਉਂਦਾ। ਸਾਰੇ ਸ਼ਬਦ ਦੇ ਵਿੱਚ ਡਿਸਪਲਿਨ ਦਾ ਜ਼ਿਕਰ ਆਉਂਦਾ। ਡਿਸਪਲਿਨ ਕੀ ਸੀ? ਕਹਿੰਦੇ ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ। ਕੋਈ ਦੁਨੀਆਦਾਰੀ ਦਾ ਖਲਾਰਾ ਪਾ ਕੇ ਬੈਠਾ ਹੈ, ਕੋਈ ਕਿਸੇ ਨੇ ਪੂਜਾ ਦਾ ਅਡੰਬਰ ਰਚਾਇਆ ਹੋਇਆ। ਕਿਨਹੀ ਨਿਵਲ ਭੁਅੰਗਮ ਸਾਧੇ, ਕਈਆਂ ਨੇ ਹੋਰ ਨਿਉਲੀ ਕਰਮ ਕੁੰਡਲਨੀ ਨਾੜੀ ਦੀ ਜ਼ਿਕਰ ਕਰ ਕਰਕੇ ਹੋਰ ਭੁਅੰਗਮ ਕਈ ਸਾਧੇ ਹੈ। ਪਰ ਕਹਿੰਦੇ ਮੈਂ ਕੀ ਹੈ, ਮੋਹੇ ਦੀਨ ਹਰ ਹਰ ਅਰਾਧੇ। ਸੋ ਕਲੀਅਰ ਹੋ ਗਿਆ, ਇਹ ਡਿਸਪਲਿਨ ਹੈ, ਕੋਈ ਡਰੈਸ ਦੀ ਗੱਲ ਨਹੀਂ ਹੈ। ਇੱਥੇ ਡਿਸਪਲਿਨ ਹੈ ਕਿ ਮੈਂ ਕੀ ਕਰਦਾ, ਮੈਂ ਸਿਰਫ ਅਕਾਲ ਪੁਰਖ ਦੇ ਨਾਮ ਦਾ ਅਭਿਆਸ ਕਰਦਾ, ਪ੍ਰਭੂ ਦੇ ਨਾਮ ਦਾ ਅਭਿਆਸ ਕਰਦਾ। ਕਿਉਂਕਿ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਇਸ ਕਰਕੇ ਮੰਨਣਾ ਹੈ ਹੀ ਪੂਰਨ ਭਰੋਸਾ ਹੈ। ਫਿਰ ਅੱਗੇ ਡਿਸਪਲਿਨ ਹੋਰ ਕਈਆਂ ਦਾ ਕੀ ਹੈ, ਸਭ ਦਾ ਜ਼ਿਕਰ ਕੀਤਾ ਉਹਨਾਂ ਨੇ। ਕਹਿੰਦੇ ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ, ਕੋਈ ਜੰਗਲ 'ਚ ਜਾ ਕੇ ਡੇਰਾ ਲਾ ਲਿਆ। ਕਿਨਹੀ ਮੋਨ ਔਤੂਤ ਸਦਾਇਆ, ਕੋਈ ਚੁੱਪ ਹੀ ਕਰ ਗਿਆ, ਕੋਈ ਤਿਆਗੀ ਹੋ ਗਿਆ। ਕੋਈ ਕਹਿ ਤੋ ਅਨੰਨ ਭਗੌਤੀ, ਕਈ ਹੋਰਾਂ ਨੂੰ ਛੱਡ ਕੇ ਸਿਰਫ ਅਨੰਨ ਭਗੌਤੀ, ਉਹ ਬਸ ਇੱਕ ਭਗਤ ਬਣ ਗਿਆ, ਉਪਰਾਮ ਹੋ ਗਿਆ ਦੁਨੀਆ ਤੋਂ। ਕਹਿੰਦੇ ਪਰ ਕੀ ਮੋਹੇ ਦੀਨ ਹਰ ਹਰ ਓਟ ਲੀਤੀ, ਮੈਂ ਸਿਰਫ ਅਕਾਲ ਪੁਰਖ ਦੇ ਨਾਮ ਦੀ ਹੀ ਓਟ ਲਈ ਹੈ। ਇਸ ਤਰ੍ਹਾਂ ਅੱਗੇ ਕਿਨਹੀ ਕਹਿਆ ਹੋ ਤੀਰਥ ਵਾਸੀ, ਕਈਆਂ ਨੂੰ ਤੀਰਥਾਂ ਤੇ ਜਾ ਕੇ ਵਸਣ ਦਾ ਬੜਾ ਚਾਅ ਹੁੰਦਾ। ਕਈ ਉੱਥੇ ਅੰਮ੍ਰਿਤਸਰ ਜਾਂ ਹੋਰ ਅਨੰਦਪੁਰ ਸਾਹਿਬ ਜਾਂ ਉਹ ਪਲਾਟ ਲਈ ਫਿਰਦੇ ਆ, ਉੱਥੇ ਜਾ ਕੇ ਕਹਿੰਦੇ ਜੀ ਰਹਿਣਾ ਅਸੀਂ ਰਿਟਾਇਰਮੈਂਟ ਤੋਂ ਬਾਅਦ। ਕਹਿੰਦੇ ਕੋਈ ਅੰਨ ਤਜ ਭਇਆ ਉਦਾਸੀ, ਸੋ ਕੋਈ ਤੀਰਥਾਂ ਤੇ ਜਾ ਕੇ ਵਸਣ ਨੂੰ ਫਿਰਦਾ, ਕੋਈ ਰੋਟੀ ਪਾਣੀ ਦਾ ਤਿਆਗ ਕਰਨ ਨੂੰ ਫਿਰਦਾ। ਕਿਨਹੀ ਭਵਨ ਸਭ ਧਰਤੀ ਕਰਿਆ, ਕੋਈ ਕਹਿੰਦੇ ਯਾਤਰਾ, ਯਾਤਰਾ ਕਹਿੰਦੇ ਪੂਰੇ ਧਰਤੀ ਦੀ ਯਾਤਰਾ ਕਰਨੀ ਹੈ। ਪਰ ਮੈਂ ਕੀ ਕਰਦਾ, ਮੋਹੇ ਦੀਨ ਹਰ ਹਰ ਦਰ ਭਰਿਆ, ਮੈਂ ਨਾਮ ਜਪ ਜਪ ਕੇ ਹੀ ਉਹਦੇ ਅੱਗੇ ਢਹਿ ਗਿਆ ਹਾਂ, ਉਹਦੇ ਇੱਕੋ ਦਰ ਤੇ ਪਿਆ ਹਾਂ। ਨਾਮ ਜਪਣ ਦਾ, ਨਾਮ ਜਪਣਾ ਹੀ ਇੰਪੋਰਟੈਂਟ ਹੈ। ਫਿਰ ਅੱਗੇ ਕਿਨਹੀ ਕਿਹਾ ਮੈਂ ਕੁਲੇ ਵਡਿਆਈ, ਕੋਈ ਕਹਿੰਦਾ ਮੈਂ ਬੜੇ ਉੱਚੇ ਖਾਨਦਾਨ ਵਾਲਾ, ਕੋਈ ਕਿਨਹੀ ਕਿਹਾ ਬਾਂਹ ਬਹੁ ਭਾਈ, ਕਈ ਕਹਿੰਦਾ ਮੇਰੇ ਬੜੇ ਭਰਾ ਨੇ, ਮੇਰੇ ਬੜੇ ਸਾਥੀ ਨੇ। ਕੋਈ ਕਹੇ ਮੈਂ ਧਨੈ ਪਸਾਰਾ, ਕਹਿੰਦੇ ਮੈਂ ਬੜਾ ਧਨ ਕਮਾਇਆ।
पर कहते मोहे दीन हर हर आधारा, मैनू सिर्फ नाम का ही आसरा, जे धन की लोड़ होएगी तो वह मैनू दे देगा। किन्हीं घूंगर निरत कराई, कईयां ने घुंगरू बन के देवतियां दे अगे नाच करन, ये भी एक भगती है हिंदू मत दे विच। वो नचदे ने जगरात्यां दे वेले तुसीं देखो कई बारी फेसबुक ते या यूट्यूब ते किसी ने पाया हुंदा, वो नची जांदे उस माता दे अगे। किन्हू वर्त नेम माला पाई, कोई वर्त रखी जाता, किसी ने बड़े नेम धारे, नित नेम जी मेरा ये नित दा नेम है, मैं सवेरे उठ के आ करना, मैं शाम नू आ करना, मैं रात नू आ करना। कहंदे किन्ही तिलक गोपी चंदन लाया, किहे मनुख ने मत्थे ते चंदन दा टिक्का लाया, पर कहंदे मोहे दीन हर 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 ध्याया। कहंदे मैं नहीं किसी डिसिपलिन च पैंदा, मैं कोई डिसिपलिन नहीं चाहिदा, कोई वेस नहीं मैनू चाहिदा, मैं सिर्फ नाम दा ही ध्याना कीता है। किन्हीं सिद्ध बहुत चेटक लाए, नाटक चेटक किए कुकाजा, ये कहंदे इदां ही करी जांदे आ। किन्हीं भेख बहुत थाट बनाए, कई साधुआं वाले भेख बनाई फिरदे, वखरियां वखरियां ड्रैसां पाई फिरदे, ड्रैसां पाई फिरदे। किन्हीं तंत मंत बहु खेवा, कि कईयां ने आ तंत्र मंत्र दुकानां चलाइयां जी, आ मंत्र लै लो, आ मंत्र लै लो, इदां करना, आ मंत्र लै लो, इहदे नाल आ हो जूगा। कहंदे मोहे दीन हर 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 सेवा। ये 6 बंद हो गए जी पूरे शब्द दे। कोई चतुर कहावै पंडित, को खट कर्म सहत स्यो मंडत, कोई करे आचार सो करनी, मोहे दीन हर 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 सरनी। सगले कर्म धर्म जुग सोधे, बिन नावे ए मन ना प्रबोधे। ये मन जागदा नहीं है, नाम तो बिना ये मन जागेगा नहीं। कहो नानक जो साध संग पाया, बूझी तृष्णा महासीत लाया। तो गल इत्थे आके निबड़नी है, तेरा भरोसा प्यारे आन ना जाना विसा। सो ये सिर्फ मनन दा अर्थ क्लीयर करने वास्ते ये शब्द असीं अज बिल्कुल बिल्कुल टूक मात्र असीं इहनूं पूरी विचार नहीं है। जस्ट फॉर एग्जाम्पल असीं ये कि मनना है ही भरोसा है, मन्ने की गत कही ना जाए, जे को कहे पिछे पछताए। अच्छा हुण कागद कलम ना लिखण हार, कागद कलम ना लिखण हार, मनन दी अवस्था नूं बयान करन वास्ते ना कागज बनिया है, ना कलम है, ना ही लिखण वाला है। इन्नी समर्था ही नहीं है जो मनन दी अवस्था नूं बयान कर सके, मनन दी अवस्था नूं खोल सके, मनन दी अवस्था नूं लिख सके, दस सके। ना कोई लिखारी है, ना कोई कागज है, ना कोई कलम है। मन्ने का बह करन विचार, मनन दी अवस्था विच बंदगी करन नाल मन पूर्ण तौर ते सहज विच चला जांदा है। बह विचारां तो मुक्त मन बैठ जाता है। इत्थे बह दा भाव है सहज विच, बैठना नहीं है कि बह के बैठ के विचार, ये नहीं है। इत्थे इत्थे है पूर्ण तौर ते सहज अवस्था दे विच मन दा चले जाना। आप पढ़ते नहीं, सो दर तेरा केहा सो घर केहा, जित बह सर्ब संभाले। संभालन की अवस्था जो मन मुकम्मल तौर ते विचारां तो मुक्त हो गया, भटकणों हट गया, बैठ गया, सहज विच आ गया। सो ये मनन की अवस्था आ चुकी है, और मनन की अवस्था दे विच बंदगी करन दे नाल मन मुकम्मल तौर ते सहज विच चला जाता है। अगे कहंदे ऐसा नाम निरंजन होए। जेको मन
जाने मन कोई। अकाल पुरख परमात्मा उस निरभौ प्रभु का नाम ऐसा पारस है जो मनन की अवस्था वाले नू माया की कालख तो मुक्त कर दिंदा है, माया तो मुक्त कर दिंदा है। पर कोई विरले, कोई 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 विरले, बहुते नहीं, कोई विरले। मनन वाले मुक्त ने, जिउंदे जी, जिउंदे जी जीवन मुक्त। इसे करके साडे ब्रह्म ज्ञान दे विच मरण तो बाद दा कोई कॉन्सेप्ट नहीं है। वो शब्द भी आंदा ऐसा मेरे याद नहीं है, मुए हुए जो मुक्त देओगे, कहने वो मैं की करनी है जो मरण तो बाद मैनू मुक्ति मिली। जिउंदे जी, उस निरभौ प्रभु का नाम ऐसा है कि वो माया तो अभ्यासी नू कढ के ले जा। पर जे को मन जाने माने कोई, पर कोई विरला, कोई विरला जे वो मनन की अवस्था तक पहुंचेगा, उन्होंने इसका ज्ञान होएगा। एक बार फिर मैं समराइज करता चलना इस पदे नू, मन्ने की गत कही न जाए। अकाल पुरख प्रभु दे नाम नू मनन वाले दी अवस्था बयान नहीं की जा सकती, कोई पैमाना नहीं है उहदी गिनती मिनती करन दा। जे को कहे पिछे पछताए, जे कोई करेगा उहदे पल्ले पछतावा ही पएगा। कागज कलम ना लिखन हार, कोई ऐसा कागज नहीं है, कोई कलम नहीं है, ना कोई लिखारी है जो उस अवस्था नू बयान कर सके। मन्ने का बह करन विचार, मनन की अवस्था विच बंदगी करन नाल मन पूर्ण तौर ते सहज विच आ जाता है। बंदगी करन नाल, बह करन विचार, विचार दे रारे नू औंकड़ी है, ये है ही जड़ा विचार अखर है, इहदा मतलब है जप जप नाम गोबिंद का पूर्ण विचार। होर क्लियर हो गया। मन्ने का बह करन विचार, इहदा मतलब मनन की अवस्था विच बंदगी करन दे नाल मन मुकम्मल तौर ते सहज विच चला जाता है। मुकम्मल तौर ते मन दा सहज विच जाना उस अकाल पुरख दे रूप विच समाना ही है। ऐसा नाम निरंजन होए जे को मन जाने मन कोई। नाम ऐसा है कि वो मनन वाले दी अवस्था जिहड़ी है उन्होंने माया तो परे कर दिंदा, माया की कालख तो मुक्त कर दिंदा। पर कोई विरला ही इथों तक पहुंचता है। ये हो गया जी पदा नंबर 12। अगे चलिए। मन्ने सुरत होवे मन बुध। हुण ये गल है भरोसे की, गल है प्यार की। मन्ने सुरत होवे मन बुध, मनन वाले दी सुरत मन ते बुद्धि नू अध्यात्मक सूझबूझ आ जाती है। जे संगतां नू याद होएगा, आपां शब्द पढ़िया सी, शब्द विचारिया सी, मन रसक रसन नाम जपत। तह पाप खंडली। उस शब्द दे विच इत्थे स्क्रीन ते शेयर कर दें जी, एक सेकंड होल्ड करो।
ज्ञान ध्यान मान दान, मन रसक रसन, नाम जपत तह पाप खंडली। ये मैं केवल टूक मात्र तुक ही लऊंगा इत्थे, क्योंकि फिर समा ज्यादा लग जाना। ज्ञान ध्यान मान दान, कहंदे जे तू ज्ञान लेना, जे तू ध्यान दी अवस्था तक पहुंचना, जे तू मान लेना, जे तू दान लेना, मन रसक रसन, नाम जपत तह पाप खंड। एक गल मैं बड़े स्पष्ट शब्दों में कह दा, कि नाम ही सब तो वड्डा व्याकरण है। वो नाम ही है जिन्हें इस सारे अर्थ भेद खोलने ने। गुण नाद धुन आनंद भेद, कथत सुनत मुन जना, मिल संत मंडली। वो नाम ही है जिन्हें मन नू वकारां वल्लों हटाना है, ते साधु दे संग विच मिल के गुण गा के सुनना है, मनना है, उस अवस्था तक पहुंचना है। ज्ञान भी नाल नाल जरूरी है, क्योंकि जे नॉलेज नहीं होएगी, सेध नहीं होएगी, ਅਸੀਂ ਭੁਲੇਖਾ खा जाएंगे, टपला खा जाएंगे, रस्ते तो खुंज भी सकते। खैर, मैं अपने 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 टॉपिक वाला ये मन्ने की गत कही न जाए, जे को कहे पिछे पछताए। ये सिर्फ वो अभ्यासी ही इस आनंद नू मान सकता है। मन्ने सुरत होवे मन बुद्ध, मनन वाले दी सुरत मन ते बुद्धि नू अध्यात्मक सूझबूझ आ जाती है। क्योंकि देखो देखो कोई किसी गल का बुरा ना मनाए, बड़े सत्कार नाल असीं कहने आ व्याकरण है, असीं मुनकर नहीं, पर व्याकरण दुनियावी है। बाबे नानक दे काल तो, भगतां दे काल तो होर भी पिछे चले जाओ, ना कोई उस वेले मीडिया, ना कोई सोशल मीडिया, ना कोई स्कूल, ना यूनिवर्सिटीज, हैं जी, ना कोई, बहुत घट होंदे सी, बहुत ही घट, बड़े दूर दूर और बड़े विरले लोग उस उथे सिक्ख्या लेंदे सी। और स्कूल भी वो ਜਿਹੜੇ ਹੁੰਦੇ ਸੀ ਉਹ जिस तरह कह लो कि ਬੋਲੀਆਂ ਦੇ ਸਕੂਲ ਹੁੰਦੇ ਸੀ, ਲੈਂਗੁਏਜ ਸਿਖਾਉਂਦੇ ਸੀ, ਸੰਸਕ੍ਰਿਤ ਜਾਂ ਹੋਰ, ਜਾਂ ਇਹਦੇ ਇਹਦੇ ਜਿਹੜੇ ਸਿਮਰਤ ਸ਼ਾਸਤਰ ਵੇਦ, ਬਹੁਤਾ ਇਸ ਤਰ੍ਹਾਂ ਸੀ। व्याकरण कित्थे सी उस वेले, किदां दे स्कूल सी? हुण सुनो, व्याकरण है अकादमिक विशा, बोली नू समझण वास्ते व्याकरण जरूरी है। ਜਦੋਂ ਅਸੀਂ ਬੋਲੀ ਦਾ ਗਿਆਨ ਲੈਣਾ, ਉਦੋਂ ਅਸੀਂ ਦੇਖਾਂਗੇ ਕਿ ਇਹ ਪ੍ਰੈਜ਼ੈਂਟ ਟੈਂਸ ਹੈ, ਇਹ ਪਾਸਟ ਟੈਂਸ ਹੈ, ਫਿਊਚਰ ਟੈਂਸ ਹੈ। ਅਸੀਂ ਉਸ ਹਿਸਾਬ ਨਾਲ ਅਸੀਂ ਫਿਕਰਾ ਲਿਖਾਂਗੇ ਜਾਂ ਪੜਾਂਗੇ ਜਾਂ ਬੋਲਾਂਗੇ। ਲੇਕਿਨ ਗੁਰਬਾਣੀ ਜਿਹੜੀ ਹੈ, ਉਸ ਦਾ ਸਭ ਤੋਂ ਵੱਡਾ व्याकरण ਨਾਮ ਦਾ ਅਭਿਆਸ ਹੈ। ਬੜਾ ਇਨ ਸ਼ਾਰਟ ਔਰ ਮੈਂ ਬੜੇ ਕਲੀਅਰ ਲਫ਼ਜ਼ਾਂ ਚ ਦੱਸ ਰਿਹਾ। ਮੰਨੈ, ਜਿਹੜਾ ਮੰਨਣ ਦੀ ਅਵਸਥਾ ਤੱਕ ਚਲਾ ਗਿਆ, ਉਸ ਦੀ ਸੁਰਤ, ਉਸ ਦਾ ਮਨ, ਬੁੱਧੀ ਅਧਿਆਤਮਕ
सूझबूझ अध्यात्मक ज्ञान दे नाल लपालप हो जाती है। अच्छा कहते इनू होर पक्का करिए, कहते मन्नै सगल भवन की सुध। जेड़ा मनन दी अवस्था तक चला गया, सगल भवन बारे रब अकाल पुरख परमात्मा दी सर्व व्यापकता बारे ओनू सोझी आ जाती है। जो ब्रह्मंड है सोई पिंड है, जो खोजै सो पावै। खोजा ये नहीं है पिंड अपने अंदर आप किदां खोजांगे? खोजन का मतलब है ही नाम अभ्यास करना। बंदे खोज दिल हर रोज, ना फिर परेशानी माए। खोजना, खोजना कोई ऐ लभना नहीं है, खोजना है नाम का अभ्यास। रोज की लभांगे असी? बंदे खोज दिल हर रोज, नाम का अभ्यास ही है केवल खोजना। सो मनन की अवस्था ते जाके सुरती मन बुद्ध अध्यात्मक ज्ञान दे नाल सूझबूझ दे नाल लपालप हो जाता है। मनन की अवस्था च जाके प्रभु की सर्व व्यापकता का सगल भवन कि वो हर थां ते हर हर जर्रे जर्रे दे विच ओदी 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 मौजूदगी का पता लगता। मन्ने मुंह चोटा ना खाए। हुण ये चोटां की होईयां? वो देखो इत्थे जिहड़ा लिखिया मैं पढ़दा, ओ मनुख संसार दे विकारां दीयां सट्टां मूंह ते नहीं। देखो मनना कितनी उच्ची अवस्था है। जपना, ध्याना, सिमरना, सुनना, फिर मनना। संसार दे जिहड़े विकार ने उन्हां नूं ते पिछे छड्ड आया बहुत हो। फिर इत्थे की होया? मन्ने मुंह चोटा ना खाए। मनन वाले कदे भी जम दी चोट नहीं खांदे। मनन वाले नूं जम लैन नहीं आउंदा। मन्ने जम के साथ न जाए। मन्ने मुंह चोटा ना खाए, मन्ने जम के साथ न जाए। मनन वाले जिहड़े उस अवस्था च खेडदे ने, जम दी मार तो दूर चले जाते हैं और ना ही उन्हां नूं जम लैण वास्ते आउंदा, ना ही वो जम दे नाल जांदे ने। क्यों? उन्हां नूं ते जमकाल मिलै दे भेट सेवक नित होई। नाम अभ्यासी ऐसे ਉਹ ਮੰਨਣ ਦੀ ਅਵਸਥਾ ਤੱਕ ਐਸਾ ਪੂਰਨ ਭਰੋਸਾ ਪੂਰਨ ਭਾਣੇ ਦੇ ਵਿੱਚ ਜਿਹੜੇ ਚੱਲ ਰਹੇ ਆ ਜਿਨ੍ਹਾਂ ਦਾ ਜੀਵਨ, ਇੱਥੇ ਸਾਡੇ ਗੁਰੂ ਸਾਹਿਬਾਨ ਖੇਡਦੇ ਸੀ। ਇਸ ਅਵਸਥਾ ਦੇ ਵਿੱਚ ਇੱਥੇ ਹੀ ਚਾਰ ਸਾਹਿਬਜ਼ਾਦੇ ਖੇਡਦੇ ਸੀ ਔਰ ਇੱਥੇ ਹੀ ਧੰਨ ਗੁਰੂ ਦੇ ਪੰਜ ਪਿਆਰੇ ਖੇਡਦੇ ਸੀ। ਮੰਨਣ ਦੀ ਅਵਸਥਾ ਅਕਾਲ ਪੁਰਖ ਵਿੱਚ ਪੂਰਨ ਪ੍ਰਤੀਤ मन बुद्धि सुरत करके अध्यात्मक आत्मक अवस्था का ज्ञान और उससे परमात्मा का ही रूप। ते उस स्वरूप दे विच जे किते जम मिल भी जावे ते जम काल मिले दे भेट, वो कोई गिफ्ट लेके आएगा, कोई सौगात लेके आएगा। जमकाल मिले दे भेट सेवक नित होई, और वादा कर लेगा कि मैं अज तो तेरा नित दा सेवक। मन्ने मुंह चोटा ना खाए, मन्ने जम के साथ ना जाए। कहते ऐसा नाम निरंजन होए, निरभौ प्रभु का नाम ऐसा पारस है
कि मनन दी अवस्था वाले माया तो परे चले जाते, वो परमात्मा दा स्वरूप ही हो जाते हैं। पर जे कोई मनन दी अवस्था तक पहुंचेगा वो कोई विरला। इत्थे पदा नंबर 13 समाप्त हो। एक बारी फिर रिपीट कर लिए, मन्नै सुरत होवे मन बुद्ध। मनन दी अवस्था जिस दी आ गई उस दी सुरती मन बुद्ध अध्यात्मक आत्मक सूझबूझ ज्ञान दे नाल लपा लप होएगी। मन्नै सगल भवन की सुध। मनन दी अवस्था वाले नू अकाल पुरख दी सर्व व्यापकता दा पता लग जाएगा। मन्नै मुंह चोटा ना खाए। मनन वाला कदे भी जम दी मार नहीं खाएगा। मन्नै जम के साथ न जाए। मनन वाला नाम अभ्यासी कदे भी जम दे नाल नहीं जाएगा। ऐसा नाम निरंजन होए। ऐसी है कला नाम दी, ऐसी है कला अकाल पुरख दे नाम दी। पर जे कोई उस अवस्था तक पहुंचेगा कोई विरला, ओ ही इस दी व्यापकता बारे, इस दी उच्चता बारे जान पाएगा। पर कोई विरला। आगे चलिए। मन्नै मार्ग ठाक ना पाए। हाँ जी, ਇਹ ਵੀ ਚੀਜ਼ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ। ਮੰਨੈ ਮਾਰਗੇ ਠਾਕ ਨਾ ਪਾਏ। ਜਿਹੜਾ ਮੰਨਣ ਵਾਲਾ ਹੈ, ਜਿਸ ਦਾ ਪੂਰਨ ਭਰੋਸਾ ਇੱਕ ਅਕਾਲ ਪੁਰਖ ਦੇ ਵਿੱਚ ਹੈ, ਪੂਰਨ ਪ੍ਰਤੀਤ ਇੱਕ ਅਕਾਲ ਪੁਰਖ ਦੇ ਵਿੱਚ ਹੈ, ਪਰਮਾਰਥ ਤੇ ਚੱਲਦਿਆਂ ਉਸ ਦੀ ਅਵਸਥਾ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਠਾਕ ਹੁੰਦੀ ਹੈ ਰੁਕਾਵਟ। ਮੰਨਣ ਵਾਲੇ ਦੀ ਅਵਸਥਾ ਨੂੰ ਪਰਮਾਰਥ ਤੇ ਚੱਲਦਿਆਂ ਕੋਈ ਰੁਕਾਵਟ ਨਹੀਂ ਆ ਸਕਦੀ। ਮੰਨੈ ਪਤ ਸਿਉ ਪ੍ਰਗਟ ਜਾਏ। ਹੁਣ ਫਿਰ ਉਹੀ ਗੱਲ ਦੁਨਿਆਵੀ ਆ ਗਈ ਇੱਥੇ। ਇਹ ਲਿਖਦੇ ਹੈ ਉਹ ਸੰਸਾਰ ਵਿੱਚ ਸ਼ੋਭਾ ਖੱਡ ਕੇ ਇੱਜ਼ਤ ਨਾਲ ਜਾਂਦਾ ਹੈ। ਜ਼ਰੂਰੀ ਨਹੀਂ ਹੈ, ਜ਼ਰੂਰੀ ਨਹੀਂ ਹੈ। ਭਗਤ ਕਬੀਰ ਨੇ ਕਿੰਨੀ ਕੁ ਸ਼ੋਭਾ ਖੱਟੀ, ਕਿੰਨੀ ਵਾਰੀ ਸਜ਼ਾ ਉਹਨਾਂ ਨੂੰ ਮਿਲੀ। ਭਗਤ ਨਾਮਦੇਵ ਨੇ ਕਿੰਨੀ ਕੁ ਸ਼ੋਭਾ ਖੱਟੀ, ਕਿੰਨੀਆਂ ਸਜ਼ਾਵਾਂ ਦਿੱਤੀਆਂ, ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਸਾਡੇ ਕੋਲ ਐਗਜ਼ਾਮਪਲ ਇਤਿਹਾਸਕ ਨੇ। ਗੁਰੂ ਅਰਜਨ ਪਾਤਸ਼ਾਹ ਦੀ ਐਗਜ਼ਾਮਪਲ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਐਗਜ਼ਾਮਪਲ ਹੈ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਪੂਰਨ ਪਰਿਵਾਰ ਦੀਆਂ ਐਗਜ਼ਾਮਪਲਸ ਨੇ। ਫਿਰ ਇਹ ਕੀ ਹੋਇਆ? ਮੰਨੈ ਪਤ ਸਿਉ ਪ੍ਰਗਟ ਜਾਏ। ਮੰਨਣ ਵਾਲਾ ਨਾਮ ਅਭਿਆਸੀ, ਜਿਹੜਾ ਮੰਨਣ ਦੀ ਅਵਸਥਾ ਹਾਸਲ ਕਰ ਚੁੱਕਾ, ਉਹ ਨਾਮ ਅਭਿਆਸੀ ਦਰਗਾਹ ਵਿੱਚ ਪੰਜ ਪ੍ਰਵਾਨ ਹੁੰਦਾ ਹੈ। ਦਰਗਹਿ ਪੈਂਦੇ ਜਾਹੇ, ਦਰਗਾਹ ਵਿੱਚ ਉਹਨਾਂ ਨੂੰ ਆਦਰ ਸਤਿਕਾਰ ਮਿਲਦਾ ਹੈ। ਮੰਨਣ ਦੀ ਅਵਸਥਾ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਮੰਨੈ ਮਾਰਗ ਠਾਕ ਨਾ ਪਾਏ। ਮੰਨੈ ਪਤ ਸਿਉ ਪ੍ਰਗਟ ਜਾਏ। ਹੋਰ ਅੱਗੇ ਧਿਆਨ ਦਿਓ। ਮੰਨੈ ਮਗ ਨ ਚੱਲੈ ਪੰਥ। ਵੈਰੀ ਇੰਪੋਰਟੈਂਟ ਲਾਈਨ ਹੈ। ਇਸ ਲਾਈਨ ਨੂੰ ਸਮਝਣਾ ਬੜਾ ਜ਼ਰੂਰੀ ਹੈ। ਪੰਥ ਮੈਨੇ ਹੁੰਦਾ ਰਾਸਤਾ।
ਮੰਨਣ ਵਾਲਾ ਕਰਮ ਕਾਂਡਾਂ ਦੇ ਮਾਰਗ ਤੇ ਨਹੀਂ ਚੱਲਦਾ, ਮਗ ਰਸਤੇ ਤੇ ਅਸੂਲਾਂ ਵਾਲੇ ਰਾਹ ਤੇ ਆਨ ਨਾ ਜਾਣਾ ਵੇਸਾ। ਬਾਣੀ ਨੂੰ ਬਾਣੀ ਦੇ ਨਾਲ ਖੋਲਣਾ। ਜੇ ਅਸੀਂ ਅਸੂਲਾਂ ਦੇ ਉੱਤੇ ਚੱਲਾਂਗੇ, ਅਸੂਲ ਜਿਹੜੇ ਧਾਰਮਿਕ ਅਸੂਲ ਅਸੀਂ ਅਪਣਾਵਾਂਗੇ ਵੀ ਆਹ ਕਰਨਾ ਆਹ ਕਰਨਾ, ਹਾਂ ਹਾਂ ਹੋਣੇ ਚਾਹੀਦੇ, ਅਸੀਂ ਨਹੀਂ ਕਹਿੰਦੇ ਮੁਨਕਰ ਨਹੀਂ, ਅਸੀਂ ਹੋਣੇ ਨਹੀਂ ਚਾਹੀਦੇ, ਬਟ not at the cost of ਨਾਮ ਅਭਿਆਸ। ਇਹ ਚੇਤਾ ਰੱਖਣਾ ਕਿ ਨਾਮ ਅਭਿਆਸ ਦਾ ਸਮਾਂ ਨਾ ਖੁੰਝੇ, ਨਾਮ ਜਪਣ ਦਾ ਸਮਾਂ ਨਾ ਖੁੰਝੇ। ਮੁਬਾਰਕ ਹੈ, ਅੱਛੇ ਨੇ ਅਸੂਲ, ਅੱਛੇ ਨੇ, ਪਰ ਜਿਹੜਾ ਮੰਨਣ ਦੀ ਅਵਸਥਾ ਤੇ ਆ ਗਿਆ, ਮਗ ਨਾ ਚੱਲੇ ਪੰਥ, ਉਹ ਫਿਰ ਹੋਰ ਮਾਰਗਾਂ ਤੇ ਨਹੀਂ ਚੱਲਦਾ, ਹੋਰ ਰਾਸਤਿਆਂ ਤੇ ਨਹੀਂ ਚੱਲਦਾ। ਉਹਦਾ ਸ਼ਬਦ ਅਸੀਂ ਦੱਸ ਰਹੇ ਹਾਂ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ ਜਿਉ। ਇਹ ਸਾਰਾ ਸ਼ਬਦ ਪੜ੍ਹੇ। ਤੇਰਾ ਭਰੋਸਾ ਪਿਆਰੇ, ਆਨ ਨਾ ਜਾਣਾ ਵੇਸਾ। ਜਿਹੜਾ ਉਸ ਅਵਸਥਾ ਦੇ ਵਿੱਚ ਹੈ, ਉਹਨੂੰ ਤੇ ਨਾਮ ਜਪਣ ਤੋਂ ਹੀ ਵੇਲ ਨਹੀਂ ਮਿਲਦੀ। ਉਹ ਤੇ ਫਿਰ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਉਹ ਤੇ ਉਸ ਅਵਸਥਾ 'ਚ ਖੇਡ ਰਿਹਾ। ਮੰਨੈ ਧਰਮ ਸੇਤੀ ਸੰਬੰਧ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਮੰਨਣ ਵਾਲੇ ਦੀ ਅਵਸਥਾ ਐਸੀ ਹੁੰਦੀ ਹੈ ਕਿ ਉਹਦਾ ਰਿਸ਼ਤਾ ਕੇਵਲ ਨਾਮ ਅਭਿਆਸ ਨਾਲ ਹੁੰਦਾ ਹੈ। ਧਰਮ ਸੇਤੀ ਸੰਬੰਧ, ਧਰਮ ਦਾ ਮਤਲਬ ਹੈ ਨਾਮ ਅਭਿਆਸ, ਕਿਉਂਕਿ ਕਲ ਯੁਗ ਕਾ ਧਰਮ ਕਹੋ ਤੁਮ ਪਾਈ। ਇੱਕ ਨਾਮ ਧਰਮ ਜਿਹੜਾ ਪ੍ਰਵਾਨ ਹੈ, ਜਿਹੜਾ ਸਾਰੇ ਬ੍ਰਹਮ ਗਿਆਨ ਨੇ ਪ੍ਰਵਾਨ ਕੀਤਾ, ਉਹ ਨਾਮ ਧਰਮ ਹੈ। ਮੰਨਣ ਵਾਲੇ ਦਾ ਸੰਬੰਧ ਸਿਰਫ ਤੇ ਸਿਰਫ ਬੰਦਗੀ ਨਾਲ ਹੁੰਦਾ ਹੈ, ਇੱਕ ਅਕਾਲ ਪੁਰਖ ਦੀ ਬੰਦਗੀ। ਉਹਦਾ ਰਿਸ਼ਤਾ ਕੇਵਲ ਤੇ ਕੇਵਲ ਨਾਮ ਨਾਲ ਹੁੰਦਾ ਹੈ, ਇੱਕ ਅਕਾਲ ਪੁਰਖ ਦੇ ਨਾਮ ਨਾਲ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ। ਅਕਾਲ ਪੁਰਖ ਦਾ ਨਾਮ ਐਸਾ ਹੈ, ਉਹ ਅਭਿਆਸੀ ਨੂੰ ਮਾਇਆ ਤੋਂ ਮੁਕਤ ਕਰ ਦਿੰਦਾ ਹੈ, ਪਰ ਕੋਈ ਵਿਰਲਾ ਉਸ ਅਵਸਥਾ ਦਾ ਮਾਲਕ ਬਣਦਾ ਹੈ, ਉਸ ਅਵਸਥਾ ਤੇ ਪਹੁੰਚਦਾ ਹੈ। ਇੱਥੇ ਪਦਾ ਨੰਬਰ 14 ਖਤਮ ਹੁੰਦਾ ਹੈ। ਇੱਕ ਵਾਰੀ ਫੇਰ ਮੈਂ ਇਹਨੂੰ ਸਮਰਾਈਜ਼ ਕਰਦਾ। ਮੰਨੈ ਮਾਰਗ ਠਾਕ ਨਾ ਪਾਏ, ਮੰਨਣ ਦੀ ਅਵਸਥਾ ਤੱਕ ਪਹੁੰਚਣ ਵਾਲੇ ਅਭਿਆਸੀ ਦੇ ਰਾਸਤੇ ਤੇ ਕੋਈ ਰੁਕਾਵਟ ਨਹੀਂ ਆਉਂਦੀ, ਪਰਮਾਰਥ ਤੇ ਚੱਲਦਿਆਂ ਕੋਈ ਰੁਕਾਵਟ ਨਹੀਂ ਆਉਂਦੀ। ਮੰਨੈ ਪਤ ਸਿਉ ਪ੍ਰਗਟ ਜਾਏ, ਮੰਨਣ ਦੀ ਅਵਸਥਾ ਵਾਲਾ ਅਭਿਆਸੀ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪੰਜ ਪ੍ਰਵਾਨ ਹੋ ਜਾਂਦਾ ਹੈ। ਮੰਨੈ ਮਗ ਨ ਚੱਲੈ ਪੰਥ, ਮੰਨਣ ਦੀ ਅਵਸਥਾ ਵਾਲਾ ਅਭਿਆਸੀ ਹੋਰ ਕੋਈ ਮਾਰਗ ਨਹੀਂ ਚੁਣਦਾ ਕੇਵਲ ਨਾਮ ਤੋਂ ਸਿਵਾਏ। ਮੰਨੈ ਧਰਮ ਸੇਤੀ ਸੰਬੰਧ, ਕਿਉਂਕਿ ਉਹਦਾ ਜਿਹੜਾ ਸੰਬੰਧ ਹੈ, ਰਿਸ਼ਤਾ ਹੈ, ਕੇਵਲ ਤੇ ਕੇਵਲ ਨਾਮ ਨਾਲ ਜੁੜਿਆ ਹੁੰਦਾ ਹੈ।
ऐसा नाम निरंजन होए, जे को मन जाने मन कोय। पदा नंबर 14। आगे चलिए जी। मन्नै पावे मोख द्वार, मन्नण वाला नाम अभ्यासी अवश्य ही मुक्ति पदार्थ हासिल करता है। मन्नै पर वारै साधार, मन्नण दी अवस्था तक पहुंचे हुए पूर्ण भरोसे वाले जग्यासू दा परिवार भी पूर्ण भरोसे वाला बन जाता है। मन्नै परिवार है साधार, परिवार केवल ਉਹਦੇ ਧੀਆਂ ਪੁੱਤਰ नहीं, परिवार ਜਿਹੜੇ ਉਹਨੂੰ फॉलो करनगे, ਜਿਹੜੇ ਉਹਨੂੰ ਸੁਣਨਗੇ, ਜਿਹੜੇ ਉਹਨੂੰ देख के इंस्पायर हो के अपना जीवन उस तरह ਦਾ ਢਾਲਣ ਦੀ कोशिश करनगे। ਇਹ ਸਾਰਾ ਉਹਦਾ ਹੀ परिवार है। खावे जीवे सिख परिवार। मन्नण वाले प्रभु भरोसे वाले जग्यासू दा परिवार भी पूर्ण भरोसे वाला बन जाता है। आ बड़ी चीज इंपॉर्टेंट आ रही है जी अगे। मन्नै तरै तारे गुर सिख, पहला आपां ये मीनिंग्स पढ़ते हैं जिहड़े साडे सामने ने। नाम विच मन पतीजन करके ही सतगुरु भी आप संसार सागर तो पार लंघ जाता है ते सिखां नूं पार लंघाउंदा है। ਇੱਥੇ ਹੁਣ ਆਪਾਂ थोड़ा जिहा ਵੱਖਰਾ ਚੱਲਾਂਗੇ। मन्नै तरै, मन्नण वाला नाम अभ्यासी अवश्य ही तरदा है, पर गुरु दी सिੱਖਿਆ ਦੇ ਨਾਲ मन्नण वाला नाम अभ्यासी पूर्ण भरोसे वाला नाम अभ्यासी तरदा है, तारदा भी है, पर गुरु दी सिੱਖਿਆ ਦੇ ਨਾਲ ਇੱਥੇ ਗੁਰਸਿੱਖ ਬੰਦਾ ਨਹੀਂ ਹੈ। ਇੱਥੇ ਗੁਰ ਰਾਰੇ ਨੂੰ ਔਂਕੜ ਹੈ। गुरु दी सिੱਖਿਆ, ब्रह्म ज्ञान। फिर रिपीट करिए जी। मन्नै तरै, मन्नण दी अवस्था तक पहुंचया होया नाम अभ्यासी आप भी तर जाता है, होरनां नूं भी तारदा है, संगी साथी सगल तराई। पर तारदा किदां? गुर प्रसाद दे नाल, गुरु दी सिੱਖਿਆ दे नाल। तरै, तरै दा मतलब माया तो मुक्त, माया दे प्रभाव तो निकल जाना, तरना। इहनूं कहंदे तरना। गुर सिख रारे नूं औंकड़ है, ये देखिया ही नहीं। ये गुरु दी सिੱਖਿਆ, सिੱਖੀ सिੱਖਿਆ गुर विचार नदरी कर्म लंघाए पार। मन्नै तरै तारे गुर सिख, मनण वाला नाम अभ्यासी आप भी तरदा है, आप भी मुक्त हुंदा है, आप भी माया दे प्रभाव थल्लों निकलदा है, होरनां नूं भी कढदा है, होरनां नूं भी तारदा है, पर गुर प्रसाद दे द्वारा, गुरु दी सिੱਖਿਆ दे द्वारा। मन्नै नानक भवै न भिख, मन्नण वाला एक अकाल पुरख ते पूर्ण भरोसे वाला जग्यासू नाम प्राप्ति लई थां थां नहीं भटकदा। हिरदै नाम वसायो, घर बैठे गुरु ध्यायो। वाह गुरु, वाह गुरु, वाह गुरु, वाह गुरु।
ऐसा नाम, ये नाम दी कला ऐसी है। मनन वाले नू भी मुक्त करदा है ते मनन वाला गुरप्रसाद दे नाल, गुरु दी सिक्ख्या दे नाल परिवार नू, संगियां नू भी मुक्त करा जाता है। जे को मन जाने मन कोई, पर कोई विरला जेड़ा मनन दी अवस्था तक पहुंचेगा। एक बारी आपां फिर 15वां नंबर पदा जिहड़ा है रिपीट कर लिए, समराइज कर लिए। मन्नै पावे मोख द्वार, मनन दी अवस्था वाला जग्यासु नाम अभ्यासी अवश्य ही मुक्ति पदार्थ हासिल करता है। मन्नै परवारै साधार, मनन दी अवस्था वाले नाम अभ्यासी दा परिवार, ओहदे संगी साथी भी पूर्ण भरोसे वाले बन जाते ने। मन्नै तरै तारे गुरसिख, मनन वाला नाम अभ्यासी आप तरदा ही है, माया दे प्रभाव तो परे बाहर निकलदा ही है। वो होरनां नूं भी कढदा है, पर गुर प्रसाद दे द्वारा, गुरु दी सिक्ख्या दे द्वारा। मन्नै नानक भवे न भिख, मनन वाला नाम दी प्राप्ति वास्ते थां थां नहीं भटकदा, दर दर ते ठोकरां नहीं खांदा, किसे दी मुताजी नहीं रखदा। मन्नै मग न चलै पंथ, ये बड़ा खास ध्यान देना इस ते। मन्नै मग न चलै पंथ, पूर्ण भरोसे वाला जग्यासू जिहड़ा है ओदा गुरमत गाडी राह ही पंथ है। गुरमत गाडी राह मतलब गुरु दी सिक्ख्या ते चलना ही ओदा रास्ता है। और कोई ओदा वखरा जथा नहीं है, कोई वखरा ओदा पंथ नहीं है। कोई जिहड़ा कह दिंदे जी खालसा पंथ खतरे च है, ओ पंथ मैंने रास्ता। मन्नै मग न चलै पंथ, मनन वाले नाम अभ्यासी दा गुरमत गाडी राह ही पंथ है। जो चलाएमान नहीं है वो स्थाई है, पक्का है। गुरमुखा नू पंथ प्रगटा, दर ठाक ना कोई पाए। मन्नै मार्ग ठाक ना पाए। सो ये बड़ा इंपॉर्टेंट विषा जिहड़ा है, 4 पदे आपां सुनन दे और 4 पदे आपां मनन दे विचार लेने। और ये भी मैं दसदा कि ये विचार पूर्ण नहीं है, किते इनू ना 100% समझ लियो। ये कोशिश कीती है गुरसिखां तो, गुरसिखां दी संगत कर करके, उन्हां तो सिख सिख के नाम दी सेवा कर करके कोई होर भी विरला इन्हां तो भी गांह ले जा सकता है, ऐस ज्ञान तो भी अगे की गल कर सकता है। पर हले अकाल पुरख परमात्मा की इन्नी बख्शिश है कि असीं इसनूं इस तरह समझिया है, इस तरह उस तरह ही असीं विचार दिता है। क्योंकि इहदे नाल डिसऑनेस्टी नहीं कर सकते। जो ज्ञान अकाल पुरख बख्श रहा, गुरसिखां दी संगत ने बख्शिया, नाम अभ्यासियां दी संगत ने बख्शिया, वो एज इट इज आप जी दे सामने रखिया। सो इस नूं विचारियो। आई नो ये बड़े उच्च पाए दीयां गल्लां ने,
मैं पहले ही बेनती करती सी, जप बाणी बहुत उच्ची है, इसनूं खोलण वास्ते ही सारी बाकी बाणी आई है। सो ऐसा नाम निरंजन होए, जेको मन जाने मने कोय। ऐसी कला है नाम दी, ऐस अवस्था तक लैके जाती है ये नाम अभ्यास की कला, नाम अभ्यास दा गुर प्रसाद, नाम अभ्यास की सिक्ख्या। वाहिगुरु जी का खालसा, वाहिगुरु जी की फतेह।